ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਕੌਰ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਸੁਖਬੀਰ ਸਿੰਘ ਬਾਦਲ ਪਹੁੰਚੇ ਮੁੱਲਾਪੁਰ ਦਾਖਾ। ਮੰਡੀਆਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ। ਕਿਹਾ ਸੂਬਾ ਸਰਕਾਰ ਕਰ ਰਹੀ ਕਿਸਾਨਾਂ ਨੂੰ ਖੱਜਲ। ਮੰਡੀਆਂ 'ਚ ਨਹੀਂ ਕੀਤੇ ਗਏ ਨੇ ਪੁਖਤਾ ਪ੍ਰਬੰਧ। ਦਰਸ਼ਨ ਸਿੰਘ ਸਿਵਾਲਕ ਨੇ ਕੀਤਾ ਅਨਾਜ ਮੰਡੀਆਂ ਦਾ ਦੌਰਾ। ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਤੇ ਘੇਰੀ ਸਰਕਾਰ। ਕਿਹਾ ਸੂਬਾ ਸਰਕਾਰ ਕਿਸਾਨਾਂ ਨੂੰ ਸਹੂਲਤਾਂ ਦੇਣ 'ਚ ਅਸਫਲ। ਖੰਨਾ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ। ਕਮਲਜੀਤ ਸਿੰਘ ਲੱਦੜ ਬਣੇ ਨਵੇਂ ਪ੍ਰਧਾਨ। ਜਤਿੰਦਰ ਪਾਠਕ ਉਪ ਪ੍ਰਧਾਨ ਦੇ ਵਜੋਂ ਨਿਯੁਕਤ। ਐਮਐਲਏ ਗੁਰਕੀਰਤ ਸਿੰਘ ਕੋਟਲੀ ਵਿਸ਼ੇਸ਼ ਤੌਰ ਤੇ ਰਹੇ ਮੌਜੂਦ। ਲੁਧਿਆਣਾ ਦੇ ਵਾਰਡ ਨੰਬਰ 30 ਚ ਲਗਾਇਆ ਗਿਆ ਕੋਰੋਨਾ ਵੈਕਸੀਨੇਸ਼ਨ ਕੈਂਪ। ਵੱਡੀ ਗਿਣਤੀ ਚ ਲੋਕਾਂ ਨੇ ਲਿਆ ਲਾਹਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੁੱਲਾਪੁਰ ਦਾਖਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਯਾਲੀ, ਲੁਧਿਆਣਾ ਦੇ ਹਾਤੀ ਦੇ ਪ੍ਰਧਾਨ ਤੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਤੇ ਜਗਰਾਉਂ ਤੋਂ ਸਾਬਕਾ ਵਿਧਾਇਕ ਐਸਆਰ ਕਲੇਰ ਵੀ ਮੌਜੂਦ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਚੱਲ ਰਹੇ ਕਣਕ ਦੇ ਸੀਜ਼ਨ 'ਚ ਕਣਕ ਦੀ ਸੰਭਾਲ ਨੂੰ ਲੈ ਕੇ ਕੀਤੇ ਗਏ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ। ਇਸ ਮੌਕੇ ਮੰਡੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ। ਉਹਨਾਂ ਜਲਦ ਸੂਬਾ ਸਰਕਾਰ ਤੋਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ ਹੈ। ਮੀਡੀਆ ਨੂੰ ਬੇਨਤੀ ਕਰਾਂਗੇ, ਰਾਤ ਨੂੰ ਆ ਕੇ ਦੇਖੋ ਵਿਚਾਰੇ ਕਿਵੇਂ ਇੱਥੇ ਰਾਤ ਪੈ ਰਹੇ, ਆਪਣੀ ਫਸਲ ਦੀ ਰੱਖਿਆ ਕਰ ਰਹੇ ਆ। ਆਹ ਜਿਹੜੀ ਫਸਲ 24 ਘੰਟੇ ਦੇ ਅੰਦਰ ਵਿਕਣੀ ਚਾਹੀਦੀ ਸੀ ਤੇ ਚੱਕਣੀ ਚਾਹੀਦੀ ਸੀ, ਅੱਜ 10-10 ਦਿਨ ਨਹੀਂ ਹੋ ਗਏ। ਮੈਂ ਸਵੇਰ ਦਾ ਚੱਲਿਆ ਬਠਿੰਡੇ ਸਾਈਡ ਤੋਂ, ਮੈਂ ਕਈ ਜ਼ਿਲ੍ਹਿਆਂ ਦੀ ਮੈਂ ਦੇਖਿਆ, ਹਰ ਜ਼ਿਲ੍ਹੇ 'ਚ ਆਹੀ ਸਮੱਸਿਆ। ਆ ਪੰਜਾਬ ਦੇ ਪੂਰੇ ਪੰਜਾਬ ਸਮੱਸਿਆ ਹੈ ਜੀ। ਆ ਬੁਰਾ ਹਾਲ ਕੈਪਟਨ ਸਰਕਾਰ ਨੇ ਕੀਤਾ। ਸਰ ਉਹ ਕਹਿੰਦੇ ਕਿ ਤੁਹਾਡੀ ਸਰਕਾਰ ਨੇ 2-2 ਮਹੀਨੇ ਵੀ ਨਹੀਂ ਚੱਕੀ ਹੈ। ਕਦੀ ਕਹਿੰਦੇ ਕਿ ਕੈਪਟਨ ਸਾਹਿਬ ਇੱਕ ਵਾਰੀ ਹੈਲੀਕਾਪਟਰ 'ਚ ਗੇੜਾ ਮਾਰ ਜਾਣ, ਮੰਡੀਆਂ ਦੇ ਵਿੱਚ ਦੇਖ ਜਾਣ। ਕੈਪਟਨ ਤਾਂ ਘਰੋਂ ਨਿਕਲ ਜਾਈ, ਬਹੁਤ ਵੱਡੀ ਗੱਲ ਹੈ। ਬਾਦਲ ਸਾਹਿਬ ਤੁਸੀਂ 2 ਸਾਲ ਹੋ ਗਏ, 2 ਸਾਲ ਮੈਂ ਪੰਜਾਬ ਦੀ ਜਨਤਾ ਨੂੰ ਕਹਿਣਾ, ਬੇਨਤੀ ਕਰਨਾ ਕਿ 2 ਸਾਲ ਹੋ ਗਏ ਆਪਾਂ ਨੂੰ ਕੈਪਟਨ ਨੂੰ ਦੇਖੇ। 2 ਸਾਲ ਆਪਣੇ ਫਾਰਮ ਹਾਊਸ 'ਚੋਂ ਨਿਕਲਿਆ। ਜਿਹੜਾ ਮੁੱਖ ਮੰਤਰੀ ਘਰੋਂ ਨਿਕਲਦਾ ਹੀ ਨਹੀਂ, ਦੇਖਦਾ ਹੀ ਨਹੀਂ ਕਿ ਉਹਦੇ ਕਿਸਾਨਾਂ ਨੂੰ ਕੀ ਮੁਸ਼ਕਿਲ ਹੋ ਰਹੀ ਹੈ। ਅੱਜ ਕੋਵਿਡ ਦੀ ਕਿੰਨਾ ਵੱਡਾ ਭੁਚਾਲ ਚੱਲ ਰਿਹਾ, ਪਰ ਕੈਪਟਨ ਨੂੰ ਕੋਈ ਫਿਕਰ ਨਹੀਂ ਹੈ। ਅੱਜ ਡਾਕਟਰਾਂ ਦੀ ਕਮੀ ਹੈ, ਨਰਸਾਂ ਦੀ ਕਮੀ ਹੈ, ਨਾ ਵੈਂਟੀਲੇਟਰ ਹੈ, ਨਾ ਉੱਥੇ ਆਕਸੀਜਨ ਹੈ। ਮੈਂ ਕਈ ਹਸਪੀਟਲ ਦੇਖੇ, ਲੋਕੀ ਬਾਹਰ ਪਏ ਹੈ, ਪਰ ਕੈਪਟਨ ਨੂੰ ਕੋਈ ਫਿਕਰ ਨਹੀਂ ਹੈ। ਜਿਵੇਂ ਹੁਣ ਕਣਕ ਦਾ ਹਿਸਾਬ ਹੈ, ਕੋਈ ਅਰੇਂਜਮੈਂਟ ਨਹੀਂ ਹੈ, ਉਵੇਂ ਉੱਧਰ ਵੀ ਕੋਈ ਮੰਤਰੀ ਆਸ਼ੂ ਅੰਕੜੇ ਦੇ ਰਹੇ, ਮੰਤਰੀ ਆਸ਼ੂ ਅੰਕੜੇ ਦੇ ਰਹੇ ਵੀ ਇੰਨੀ ਅੰਕੜੇ ਜਿੰਨਾ ਗੱਪ ਮਾਰਨਾ ਤੇ ਇਹਨਾਂ ਨੂੰ ਜੇ ਝੂਠੀ ਦਸ਼ਮੇਸ਼ ਪਿਤਾ ਦੀ ਝੂਠੀ ਸਹੁੰ ਖਾ ਕੇ ਮੁੱਕਰ ਸਕਦੇ ਹੈ। ਅੰਕੜੇ ਕੀ ਚੀਜ਼ ਹੈ ਕਾਂਗਰਸੀਆਂ ਵਾਸਤੇ? ਅਨਾਜ ਮੰਡੀ 'ਚ ਆਪਣੀ ਫਸਲ ਵੇਚਣ ਲਈ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਜਾਣਨ ਦੇ ਲਈ ਸਾਬਕਾ ਵਿਧਾਇਕ ਦਰਸ਼ਨ ਸਿੰਘ ਸਿਵਾਲਕ ਦੇ ਵੱਲੋਂ ਹਲਕਾ ਗਿੱਲ ਦੇ ਅਧੀਨ ਪੈਂਦੀਆਂ ਮੰਡੀਆਂ ਲਲਤੋ ਕਲਾਂ, ਮਨਸੂਰਾ ਤੇ ਧਾਂਦਰਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ। ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਸਹੂਲਤ ਦੇਣ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਅਸਫਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ 'ਚ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਬਣਨ ਤੇ ਕਿਸਾਨ ਵਰਗ ਨੂੰ ਖਰੀਦ ਪ੍ਰਬੰਧਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਿਵਾਲਕ ਸਾਹਿਬ, ਜਿਹੜੇ ਤੁਸੀਂ ਮੰਡੀਆਂ ਦਾ ਦੌਰਾ ਕੀਤਾ, ਉਹਨਾਂ ਦਾ ਕੀ ਮਕਸਦ ਸੀਗਾ ਜੀ? ਅੱਜ ਵਿਧਾਨ ਸਭਾ ਹਲਕਾ ਗਿੱਲ ਦੇ ਵਿੱਚ ਪੈਂਦੀਆਂ ਧਾਂਦਰਾ ਪਿੰਡ, ਲਲਤੋਂ ਕਲਾਂ ਅਤੇ ਮਨਸੂਰਾਂ ਦੀਆਂ ਦਾਣਾ ਮੰਡੀਆਂ ਦੇ ਵਿੱਚ ਕਿਸਾਨ ਵੀਰਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਕਿਸਾਨ ਵੀਰਾਂ ਦੇ ਵਿੱਚ ਇਸ ਗੱਲ ਦਾ ਭਾਰੀ ਰੋਸ ਆ ਕਿ ਇੱਕ ਤਾਂ ਬਾਰਦਾਨੇ ਦੀ ਬਹੁਤ ਵੱਡੀ ਕਮੀ ਹੈ ਇਹਨਾਂ ਮੰਡੀਆਂ ਦੇ ਵਿੱਚ। ਦੂਸਰਾ ਜਿਹੜਾ ਹੈਗਾ, ਬਾਰਿਸ਼ ਪੈਣ ਦੇ ਬਾਵਜੂਦ ਜਿਹੜੀ ਲਿਫਟਿੰਗ ਨਹੀਂ ਹੋ ਰਹੀ, ਅਤੇ ਤੀਸਰਾ ਫਸਲਾਂ ਦੀ ਜਿਹੜੀ ਅਦਾਇਗੀ ਆ ਉਹ ਵੀ ਸਮੇਂ ਸਿਰ ਨਹੀਂ ਹੋ ਰਹੀ। ਅੱਜ ਉਹ ਬਾਦਲ ਸਾਹਿਬ ਮੌਕੇ ਦੀ ਸਰਕਾਰ ਦਾ ਜਿਹੜਾ ਉਸ ਚੀਜ਼ ਨੂੰ ਯਾਦ ਕਰ ਰਹੇ ਸੀ ਵੀ ਉਦੋਂ ਸਾਨੂੰ ਕਦੇ ਇਹਨਾਂ ਚੀਜ਼ਾਂ ਦੀ ਸਮੱਸਿਆ ਨਹੀਂ ਆਈ ਹੈ। ਬੀਤੇ ਦਿਨੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਫੇਸਬੁੱਕ ਦੇ ਜ਼ਰੀਏ ਸ਼ਹਿਰ ਵਾਸੀਆਂ ਦੇ ਰੂਬਰੂ ਹੋਏ। ਉਹਨਾਂ ਇਸ ਦੌਰਾਨ ਕਰੋਨਾ ਸੰਬੰਧੀ ਲੋਕਾਂ ਦੇ ਮਨ ਵਿੱਚ ਆ ਰਹੀਆਂ ਮਨਸ਼ਾਵਾਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਸਰਕਾਰ ਦੀ ਫੈਕਟਰੀਆਂ ਜਾਂ ਫਿਰ ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦੀ ਕੋਈ ਵੀ ਮਨਸ਼ਾ ਨਹੀਂ ਹੈ। ਇਸ ਨੂੰ ਆਖਰੀ ਵਿਕਲਪ ਦੇ ਵਜੋਂ ਚੁਣਿਆ ਜਾਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ 4.38 ਲੱਖ ਲੋਕਾਂ ਦਾ ਵੈਕਸੀਨੇਸ਼ਨ ਹੋ ਚੁੱਕਾ ਹੈ ਤੇ ਕਿਸੇ ਤੇ ਵੀ ਇਸ ਦਾ ਬੁਰਾ ਪ੍ਰਭਾਵ ਨਹੀਂ ਪਿਆ। ਡਿਪਟੀ ਕਮਿਸ਼ਨਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਜ਼ਦੂਰ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਸਮਾਂ ਤੇ ਪੈਸਾ ਬਰਬਾਦ ਨਾ ਕਰਨ, ਕਿਉਂਕਿ ਦੂਜੇ ਸੂਬੇ 'ਚ ਜਾਣ ਤੇ ਕਾਫੀ ਸਮਾਂ ਤੇ ਪੈਸਾ ਲੱਗਦਾ ਹੈ। ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਨਾਲ-ਨਾਲ ਜ਼ਿਲ੍ਹੇ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕਾਂ ਦੇ ਵੱਲੋਂ ਸੂਬਾ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। गुड इवनिंग, सत श्री अकाल, नमस्कार। आज मैं लुधियाना में खासकर हमारे जो प्रवासी भाई हैं उनके साथ कोविड के बारे में बात करना चाहूँगा। सभी प्रवासी भाइयों मेरे पास और बहनों मेरे पास ऐसी खबरें आ रही हैं कि बहुत सारी बसेस या ट्रेन्स की तरफ आप लोग जा रहे हैं और कई लोगों में इस चीज़ का वहम है कि शायद आने वाले दिनों में कोई लॉकडाउन लग जाएगा कि क्या है। आप अपने गृह राज्य जिसमें मेनली यूपी, बिहार, उड़ीसा, उस तरफ झारखंड, उस तरफ आप लोग, मुझे पता चला है कि काफ़ी लोग जाना शुरू हो गए हैं। मैं आपको ये भरोसा दिलाता हूँ कि अभी हमारा उद्योग या फैक्ट्रीज़ को बंद करने का कोई विचार नहीं है और ये विकल्प सबसे आखिरी विकल्प होगा। कल माननीय प्रधानमंत्री जी ने भी ऐसा आप लोगों को समझाया है। माननीय पंजाब के मुख्यमंत्री साहब ने भी कहा है कि पंजाब के उद्योग धंधे जो हैं किसी भी हालत में बंद नहीं किए जाएंगे। तो मेरी आपसे विनती है कि कृपया ऐसे किसी डर भय में आकर आप अपना जो कीमती आपने जो पैसा और आपका वक्त है उसको बर्बाद ना करें, क्योंकि आने जाने में बहुत सारा आपका किराया भी लगता है और इतनी बड़ी जब संख्या में आप भीड़ करते हो तो उससे कोविड की बीमारी फैल के आपके गाँव में पीछे बाकी लोगों के और आपके बच्चे जो उन बसों में जाते हैं उनके भी बीमार होने की संभावना बढ़ जाती है। और ऐसी बसें जो जा रही हैं उनके काफ़ी हमने कल भी चालान किए हैं और यदि ऐसे जो ट्रांसपोर्टर्स हैं जो गलत तरीके से ऐसी बसें चला रहे हैं उनको भी मैं वार्निंग देना चाहता हूँ कि जो लोग गलत तरीके से बिना कोविड प्रोटोकॉल से और लोगों को डरा डरा के भी कोविड लगने वाला है, इस तरह से यदि सवारियों को उठाकर हमारे प्रवासी भाइयों के अंदर कोई डर भय की भावना पैदा करेंगे तो उनके विरुद्ध हम सख्त कार्रवाई करेंगे। और ये नाल ही मैं जेड़े बाकी दे लुधियाना वासी ने जिस के साडे प्रवासी भरा भी आते ने सारे आते ने उन्हां नाल ये गल साझी करना चाहना है कि दिन प्रतिदिन कोविड की स्थिति काफ़ी गंभीर हो रही है। हर रोज़ भरे हुए बैडां की संख्या वध रही है। प्राइवेट दे विच अज 750 के करीब बैड भर गए है, सरकारी दे विच भी 83 बैड भर गए है। हुण वो स्थिति आ गई है कि मतलब लोगों को थोड़ा हिम्मत मारनी पै रही है, साडे पोर्टल ते जाके देखना पै रहा भी कित्थे बैड मिलेगा तो कित्थे असीं जाइए। जे आपां इस स्थिति नूं ना संभिया तो ये जिहड़ी जदों अपने घर तक आउंदी है गल उदों बड़ा मुश्किल हुंदा है इहनूं सामभणा। वाधे कोरोना केसां दे मद्देनज़र सूबा सरकार दे वल्लों सख्ती वधा दित्ती गई है। डुगरी दे फेज़ 1 ते 2 नूं मुकम्मल तौर ते सील कर दित्ता गया है ते प्रशासन दे वल्लों लगातार लोकां नूं कोरोना हदायतां दी पालना करन दी अपील कीती जा रही है। ते दूजे पासे डुगरी तो ही कुछ दूरी ते सब्जी मंडी लगी हुई देखी गई है जिस लोकां दी भारी भीड़ वेखण नूं मिली है। इस बारे लोकां ने कहा कि कोरोना हदायतां दी पालना तो जरूरी है पर सब्जी भी एक मुढ़ली लोड़ है। लोकां ने कहा कि जे इसे तरह चलदा रहा तो मंडियां भी सरकार दे वल्लों बंद कर दित्तियां जाणगीਆਂ। गल करते हैं लुधियाने की जिथे कोरोना की महामारी दिनों दिन जी बढ़ती जा रही है, जिहदे विच देखा जा रहा है कि डुगरी फेज़ 1 फेज़ 2 जोड़े हॉटस्पॉट मन्ने जिहदे करके उन्होंने बंद किए हुए हैं, सील किए हुए हैं। तो डुगरी तो थोड़ी ही दूरी से देख पिछे तुसीं देख सकते हो कितनी ज़्यादा मंडी लगी हुई है, सब्जी मंडी लगी हुई है जिथे कितना ज़्यादा रश है। बिना मास्क तो लोग घूम रहे हैं, ਜਿਹੜੇ ਰੇੜੀਆਂ ਵਾਲੇ बैठे ने सब्जी बेच रहे हैं देखा वो भी बिना मास्क तो बैठे ने। कोई भी इत्थे पुलिस प्रशासन का कोई ध्यान नहीं है। कोरोना महामारी इन्नी दिनों दिन जी बढ़ती जा रही है, जोड़े रोज़ दे ਵੱਧ ਤੋਂ ਵੱਧ केस आ रहे हैं 500 700 800 रोज दिन तो दिन जो केस बढ़ते जा रहे हैं। पर इत्थे तुसीं देख सकते हो पिछे कि किसी नूं भी कोरोना का कोई खौफ नहीं है। ਜਿਹੜਾ कोरोना देख लो दिनों दिन बढ़ता जा रहा है, जी ਇਹੋ ਜਿਹੀ ਮੰਡੀਆਂ ਜਿਹੜੀਆਂ ਲੱਗਦੀਆਂ ਨੇ ਜਿਨ੍ਹਾਂ ਕਰਕੇ कोरोना बढ़ता जा रहा है। पुलिस प्रशासन ਨੂੰ ਵੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਸ ਤੇ ਧਿਆਨ ਦੇਣਾ ਚਾਹੀਦਾ ਹੈਗਾ। ਅਸੀਂ ਇੱਥੇ ਗੱਲ ਵੀ ਕਰਦੇ ਆ ਜਿਹੜੇ ਸਬਜ਼ੀ ਲੈਣ ਆਏ ਨੇ ਉਹਨਾਂ ਨਾਲ ਗੱਲ ਕਰਕੇ ਦੇਖਦੇ ਆ। ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਮੰਡੀ ਲੱਗੀ कोरोना ਦਿਨੋਂ ਦਿਨ ਜਿਹੜਾ ਵੱਧਦਾ ਜਾ ਰਿਹਾ ਫਿਰ ਵੀ ਤੇ ਮੰਡੀ ਲੱਗੀ ਹੈਗੀ ਕਿੰਨਾ ਰਸ਼ ਹੈਗਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? सोशल डिस्टेंसिंग होनी चाहिए जी।
नो। ਤੇ ਕੀ ਕਹਿਣਾ ਚਾਹੁੰਦੇ ਜਿਹੜੇ ਥੋੜੀ ਦੂਰੀ ਤੇ ਡਿਗਰੀ ਦੇ ਵਿੱਚ ਵੀ ਪਤਾ ਹੈਗਾ ਸੀਲ ਕੀਤਾ ਹੈਗਾ। नहीं सोशल डिस्टेंसिंग चाहिए, नहीं तो मंडी ये भी सील हो जाएगी। तो प्रॉपर लोगों को आप चाहिए सारा कुछ, एजुकेटेड है सारे, मतलब नहीं है भी इस तरह हो सारे कोई मंडी च मास्क हो, प्रॉपर डिस्टेंस हो फिर ही पॉसिबल है, नहीं तो ये भी बंद हो जाएगी मंडी। ਸੁਣਿਆ ਹੀ ਹੈ ਤੁਸੀਂ, ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ ਚਾਹੀਦਾ, ਪਰ ਇੱਥੇ ਕਿਤੇ ਨਹੀਂ ਸੋਸ਼ਲ ਡਿਸਟੈਂਸ ਦਾ ਕੋਈ ਵੀ ਧਿਆਨ ਨਹੀਂ ਲੱਗਦਾ ਹੈਗਾ। ਕਿਹੜੀ ਜਗ੍ਹਾ ਤੋਂ ਆਏ? ਮੈਂ ਜੀ ਇੱਥੇ ਪੜੋਸੀ ਆ ਸ਼ਹੀਦ ਕਰਨੈਲ ਸਿੰਘ ਨਗਰ ਤੋਂ। ਤੁਹਾਨੂੰ ਕੀ ਲੱਗਦਾ ਜਿਹੜੀ ਇਹ ਸਰ ਐਡੀ ਵੱਡੀ ਮੰਡੀ ਲੱਗੀ ਹੈਗੀ ਆ, ਕਰੋਨਾ ਮਹਾਮਾਰੀ ਚੱਲਦੀ ਹੈਗੀ ਆ, ਸਰਕਾਰ ਦੀ ਗਾਈਡਲਾਈਨਸ ਨੇ ਕਿ 20 ਬੰਦੇ ਇੱਕ ਜਗ੍ਹਾ ਇਕੱਠੇ ਨਹੀਂ ਹੋ ਸਕਦੇ, ਇੱਥੇ ਵੀ ਘੱਟੋ ਘੱਟ 20 ਕਿਤੇ 100 ਤੋਂ ਵੱਧ ਨੇ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਮਹਾਮਾਰੀ ਆਪਣੀ ਜਗ੍ਹਾ ਹੈਗੀ ਆ, ਇਹ ਇੱਕ ਬੇਸਿਕ ਨੀਡ ਆ ਸਮਾਜ ਦੀ, ਇੰਡੀਵਿਜੂਅਲ ਦੀ ਬੇਸਿਕ ਨੀਡ ਆ। ਸਬਜ਼ੀ ਤਾਂ ਉਹ ਲਊਗਾ, ਉਹ ਕਿੰਨੇ ਦੇਰ ਭੁੱਖੇ ਬੈਠਾ ਰਹੂਗਾ। ਫਿਰ ਦੂਜਾ, ਆਪਾਂ ਇਹਨੂੰ ਕੰਜੰਪਸ਼ਨ ਪੁਆਇੰਟ ਤਾਂ ਨਾ ਦੇਖੀਏ ਵੀ ਜਿਨ੍ਹਾਂ ਨੇ ਪੈਦਾਵਾਰ ਕੀਤੀ ਹੈਗੀ ਆ ਉਹਨਾਂ ਦਾ ਵੀ ਰੋਜੀ ਰੋਟੀ ਚੱਲ ਰਹੀ ਆ। ਹੁਣ ਇਹ ਤਾਂ ਸਬਜ਼ੀ ਆ, ਇਹ ਤਾਂ ਵਿਦਿਨ ਸਰ ਸਬਜ਼ੀਆਂ ਵਾਲੇ ਤਾਂ ਮਹੱਲੇ ਦੇ ਵਿੱਚ ਵੀ ਆਉਂਦੇ ਨੇ, ਜ਼ਰੂਰੀ ਨਹੀਂ ਹੈਗਾ ਕਿ ਆਪਾਂ ਜੇ ਮੰਡੀ 'ਚ ਹੀ ਆ ਕੇ ਜਿੱਥੇ ਇੰਨਾ ਰਸ਼ ਹੋਵੇ, ਸਰਕਾਰ ਨੇ ਕਿਹਾ ਕਿ ਕੋਈ ਰਸ਼ ਨਾ ਕਰੋ, ਪਰ ਆਪਾਂ ਫਿਰ ਵੀ ਰਸ਼ 'ਚ ਜਾ ਰਹੇ ਹਾਂ। ਫਿਰ ਇੱਕ ਇਹ 'ਚ ਗਲਤੀ ਸਰਕਾਰ ਦੀ ਆਪਾਂ ਕੱਟ ਕੇ ਆਪਣੇ ਲੋਕਾਂ ਦੀ ਗਲਤੀ ਨਹੀਂ ਤਾਂ ਤੁਸੀਂ ਠੀਕ ਆ, ਵੈਲਿਡ ਪੁਆਇੰਟ ਵਾਲਾ ਮੁਹੱਲੇ ਜਾਂਦੇ ਆ, ਲੇਕਿਨ ਮੁਹੱਲੇ 'ਚ ਜਿਹੜੀ ਕਾਸਟ ਆ ਸਬਜ਼ੀ ਦੀ ਵੱਧ ਜਾਊਗੀ। ਵੀ ਬਟਨਾ ਚੋਂ ਵਾਲਾ ਬੰਦਾ ਸਵੇਰ ਤੋਂ ਲੈ ਕੇ ਸ਼ਾਮੀ ਤੱਕ ਘੁੰਮ ਰਿਹਾ ਹੈਗਾ, ਉੱਥੇ ਤਾਂ 1 to many ਜਾਊਗਾ। ਹੁਣ ਇੱਥੇ ਬੈਠਾ ਹੈਗਾ, ਇੱਥੇ ਆ ਕੇ ਸਾਰੇ ਬੰਦੇ ਲੈ ਲੈਣਗੇ, ਸਬਜ਼ੀ ਦਾ ਰੇਟ ਵਧੂਗਾ। ਠੀਕ ਆ, ਉਹ ਇੱਕ ਜਾਇਜ਼ ਨਹੀਂ ਹੈਗਾ ਵੀ ਇਹ ਸਬਜ਼ੀ ਮੰਡੀ ਤਾਂ ਹੋਣੀ ਚਾਹੀਦੀ ਹੈ। ਬਾਕੀ ਤੁਸੀਂ ਜਿਵੇਂ ਕਿਹਾ ਕਰੋਨਾ ਦੀ ਗੱਲ, ਕਰੋਨਾ ਠੀਕ ਆ, ਹੁਣ ਇਹ ਅਸੀਂ ਵੀ ਸਾਡਾ ਵੀ ਇਹੀ ਹੈ ਕਿ ਸਬਜ਼ੀ ਮੰਡੀ ਚਲੋ ਲੱਗਣੀ ਚਾਹੀਦੀ ਹੈ, ਅਸੀਂ ਨਹੀਂ ਕਹਿੰਦੇ ਸਬਜ਼ੀ ਮੰਡੀ ਨਾ ਲੱਗੇ, ਪਰ ਕੋਈ ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਹੈਗਾ ਕਿਸੇ ਦਾ ਕਿਸੇ ਦੇ ਮਾਸਕ ਨਹੀਂ ਪਾਇਆ ਹੈ, ਜੇ ਇੱਕ ਦੋ ਜਣੇ ਦੇ ਮਾਸਕ ਪਾਇਆ ਹੈ, ਜਾਂ ਕਈ ਲੋਕੀ ਆ ਰਹੇ ਨੇ ਬਿਨਾਂ ਮਾਸਕ ਤੋਂ ਆ ਰਹੇ ਨੇ, ਪਰ ਇਹ ਤੋਂ ਲੱਗਦਾ ਕਿ ਕਰੋਨਾ ਵਧੂਗਾ ਹੀ। ਹਾਂ, ਉਹ ਲੁਧਿਆਣਾ ਦੇਖਿਆ ਠੀਕ ਹੈ, ਉਹ ਜਾਇਜ਼ ਆ ਵੀ ਤੁਸੀਂ ਕਹਿ ਰਹੇ ਹੋ ਮਾਸਕ ਨਹੀਂ ਪਾਇਆ, ਮਾਸਕ ਪਾਉਣਾ ਜ਼ਰੂਰੀ ਆ ਵੀ ਉਹ ਐਜੂਕੇਸ਼ਨ ਸਾਨੂੰ ਦੇਣੀ ਚਾਹੀਦੀ ਹੈਗੀ ਆ। ਲੁਧਿਆਣਾ ਦੇ ਵਾਰਡ ਨੰਬਰ 30 'ਚ ਕਰੋਨਾ ਵੈਕਸੀਨੇਸ਼ਨ ਦਾ ਕੈਂਪ ਲਗਵਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਲਗਾਏ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ ਹੈ। ਇਸ ਮੌਕੇ ਸਿਆਸੀ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਤੇ ਉਹਨਾਂ ਸਭ ਨੂੰ ਕਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਪੰਜਾਬ ਸਰਕਾਰ ਬੈਂਕਫਿਕੋ ਦੇ ਉਪ ਚੇਅਰਮੈਨ ਮੁਹੰਮਦ ਗੁਲਾਬ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਤੇ ਇਸ ਮੌਕੇ ਏਡੀਸੀ ਸੰਦੀਪ ਕੁਮਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਅਪੀਲ ਕੀਤੀ। ਅੱਜ ਮਾਨਯੋਗ ਮੁੱਖ ਮੰਤਰੀ ਜੀ ਦੇ ਮਿਸ਼ਨ ਤਹਿਤ ਦੇ ਲੜੀ ਦੇ ਅਨੁਸਾਰ ਉਹਨਾਂ ਦੀ ਰਹਿਨੁਮਾਈ 'ਚ ਤੇ ਸਾਡੇ ਹਰਮਨ ਪਿਆਰੇ ਲੀਡਰ ਮਾਨਯੋਗ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਦੀ ਰਹਿਨੁਮਾਈ 'ਚ ਗੈਸਪੁਰੇ ਦੇ ਵਿੱਚ ਵਾਰਡ ਨੰਬਰ 30 ਸ਼ਾਂਤੀ ਨਗਰ ਦੇ ਵਿੱਚ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਇਹ ਕੈਂਪ ਜਿਹੜਾ ਆਯੋਜਨ ਕੀਤਾ ਅਸੀਂ, ਇਹਦੇ ਵਿੱਚ ਤਕਰੀਬਨ 150 ਲੋਕਾਂ ਨੂੰ ਅੱਜ ਵੈਕਸੀਨੇਸ਼ਨ ਦਿੱਤਾ ਗਿਆ ਹੈ ਔਰ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਹਰੇਕ ਜਗ੍ਹਾ ਤੇ ਕੈਂਪ ਵੀ ਲੱਗ ਰਿਹਾ ਹੈ। ਅੱਜ ਇਸ ਕੈਂਪ ਨੂੰ ਲਵਾਉਣ ਵਿੱਚ ਜਿਹੜਾ ਸਭ ਤੋਂ ਵੱਡਾ ਮੈਂ ਧੰਨਵਾਦ ਕਰਾਂਗਾ ਮੇਰੇ ਭਰਾ ਸੰਨੀ ਸੇਠੀ ਜੀ ਦਾ। ਖੰਨਾ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਗਈ ਹੈ ਤੇ ਕਮਲਜੀਤ ਸਿੰਘ ਲੱਦੜ ਜੋ ਕਿ ਵਾਰਡ ਨੰਬਰ 28 ਤੋਂ ਕੌਂਸਲਰ ਨੇ, ਉਹਨਾਂ ਨੂੰ ਪ੍ਰਧਾਨ ਦੇ ਵਜੋਂ ਚੁਣਿਆ ਗਿਆ। ਉੱਥੇ ਹੀ ਉਪ ਪ੍ਰਧਾਨ ਦੇ ਵਜੋਂ ਜਤਿੰਦਰ ਪਾਠਕ ਦੀ ਚੋਣ ਕੀਤੀ ਗਈ ਹੈ। ਇਸ ਮੌਕੇ ਪ੍ਰਧਾਨ ਤੇ ਉਪ ਪ੍ਰਧਾਨ ਨੇ ਐਮਐਲਏ ਗੁਰਕੀਰਤ ਸਿੰਘ ਕੋਟਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿੱਚ ਜੋ ਵੀ ਅਧੂਰੇ ਕੰਮ ਪਏ ਨੇ ਉਹਨਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਮੈਂ ਬਹੁਤ ਧੰਨਵਾਦ ਕਰਦਾ ਕਾਂਗਰਸ ਪਾਰਟੀ ਦੇ ਰਿਜ਼ਰਵਰ ਸਾਡੇ ਆਈ ਸੰਜੇ ਤਲਵਾਰ ਜੀ ਦਾ, ਸਾਡੇ ਐਮਐਲਏ ਸਾਹਿਬ ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ ਦਾ ਤੇ ਮੇਰੇ ਸਾਰੇ ਕੌਂਸਲਰ ਸਾਥੀਆਂ ਦਾ ਜਿਨ੍ਹਾਂ ਨੇ ਮੈਨੂੰ ਸਮਰਥਨ ਦੇ ਕੇ ਨਗਰ ਕੌਂਸਲ ਖੰਨਾ ਦਾ ਪ੍ਰਧਾਨ। ਅੱਛਾ, ਕਦੇ ਸੋਚਿਆ ਸੀ ਵੀ ਜਿਹੜੀ ਹੈ ਇਹ ਨਗਰ ਕੌਂਸਲ ਦੀ ਪ੍ਰਧਾਨਗੀ ਤੁਹਾਡੇ ਹੱਥ 'ਚ ਆਊ? ਇਹ ਕਦੇ ਸੁਪਨੇ 'ਚ ਨਹੀਂ ਸੀ ਸੋਚਿਆ ਜੀ। ਉਹ ਜਿਵੇਂ ਕਹਿੰਦੇ ਚਲੋ ਪ੍ਰਮਾਤਮਾ ਜੀ ਨੂੰ ਦਿੰਦਾ, ਛੱਪੜ ਫਾੜ ਕੇ ਦਿੰਦਾ, ਜਿਵੇਂ ਕਹਿੰਦੇ ਆ ਉਹ ਆ ਜੀ। ਚਲੋ, ਜਿਹੜਾ ਤੁਹਾਨੂੰ ਛੱਪੜ ਫਾੜ ਕੇ ਮਿਲਿਆ, ਹੁਣ ਤੁਸੀਂ ਸ਼ਹਿਰ ਵਾਸਤੇ ਕਿਹੜੇ ਕੰਮਾਂ ਨੂੰ ਆਧਾਰ ਤੇ ਵਧਾ ਦੇ? ਤੇ ਕੋਈ ਜਿਹੜੇ ਵੀ ਸ਼ਹਿਰ ਦੇ ਆਪਣੇ ਮੇਨ ਕੰਮ ਹੋਣੇ ਵਾਲੇ ਆ ਉਹਨਾਂ ਨੂੰ ਅਸੀਂ ਸਾਰੇ ਟੀਮ ਵਰਕ ਨਾਲ ਇਕੱਠੇ ਹੋ ਕੇ ਉਹਨੂੰ ਨਿਪਰੇ ਚਾੜਾਂਗੇ ਜੀ। ਉਧਰ ਖੰਨਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਨਿਲ ਦੱਤ ਫੱਲੀ ਨੇ ਕੇਂਦਰ ਤੇ ਸੂਬਾ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਨੇ। ਉਹਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਤੇ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਲੇਟ ਕੀਤੀ ਜਾ ਰਹੀ ਹੈ ਅਤੇ ਬਾਰਦਾਨੇ ਤੇ ਲੇਬਰ ਦੀ ਵੀ ਸਮੱਸਿਆ ਆ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੀ ਫਸਲ ਮੰਡੀਆਂ ਦੇ ਵਿੱਚ ਰੋਲ ਰਹੀ ਹੈ ਤਾਂ ਜੋ ਕੇਂਦਰ ਦੇ ਖਿਲਾਫ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ।
ਪੰਜਾਬ ਵਿੱਚ ਕਣਕ ਦੀ ਆਮਦ ਹਰ ਵਾਰ 1 ਅਪ੍ਰੈਲ ਨੂੰ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਮੌਸਮ ਦੇ ਕਾਰਨ ਜਿਹੜੀ ਹੈਗੀ ਹੈ 10 ਅਪ੍ਰੈਲ ਤੋਂ ਕਣਕ ਦੀ ਆਮਦ ਮੰਡੀਆਂ ਵਿੱਚ ਸ਼ੁਰੂ ਹੋਈ ਸੀ। ਪਰ ਖੰਨਾ ਮੰਡੀ ਦੀ ਗੱਲ ਕਰੀਏ, ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਤੌਰ ਤੇ ਜਾਣੀ ਜਾਂਦੀ ਹੈ। ਇੱਥੇ ਜਿਹੜੀ ਕਣਕ ਦੀ ਆਮਦ ਹੈ 11 ਅਪ੍ਰੈਲ ਨੂੰ ਸ਼ੁਰੂ ਹੋਈ ਸੀ। ਪ੍ਰਸ਼ਾਸਨ ਵੱਲੋਂ ਬਹੁਤ ਵੱਡੇ ਦਾਅਵੇ ਵੀ ਕੀਤੇ ਗਏ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਗੱਲ ਕਰੀਏ ਲੇਬਰ ਦੀ, ਬਾਰਦਾਨੇ ਦੀ ਜਾਂ ਲਿਫਟਿੰਗ ਦੀ, ਜਾਂ ਇਸ ਤੋਂ ਇਲਾਵਾ ਬੇਮੌਸਮੀ ਜਿਵੇਂ ਬਾਰਿਸ਼ ਵੀ ਹੋ ਕੇ ਹਟੀ ਹੈ, 1-2 ਦਿਨ ਪਹਿਲਾਂ ਖੁੱਲੇ ਅਸਮਾਨ ਹੇਠਾਂ ਕਿਸਾਨਾਂ ਦੀਆਂ ਫਸਲਾਂ ਵੀ ਪਈਆਂ ਨੇ। ਪ੍ਰਸ਼ਾਸਨ ਦਾਅਵੇ ਬਹੁਤ ਵੱਡੇ ਕਰ ਰਿਹਾ, ਲੇਕਿਨ ਜੇ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਕੁਝ ਹੋਰ ਹੀ ਜਿਹੜੀ ਤਸਵੀਰਾਂ ਬਿਆਨ ਕਰਦੀਆਂ ਨੇ। ਇਸ ਸਮੇਂ ਸਾਡੇ ਨਾਲ ਗੱਲਬਾਤ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਅਨਿਲ ਦੱਤ ਫੱਲੀ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਕੀ ਕਹਿਣਾ ਉਹਨਾਂ ਦਾ? ਦਾਣਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਹੈ, ਉਹਨਾਂ ਦਾ ਰਿਐਕਸ਼ਨ ਜਾਣਦੇ ਹਾਂ। ਸਰ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਫੱਲੀ ਸਾਹਿਬ, ਕਿਸਾਨਾਂ ਦੀਆਂ ਜਿਹੜੀ ਹੈਗੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈਂਦੇ। ਇੱਕ ਪਾਸੇ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ ਕਾਲੇ ਕਾਨੂੰਨਾਂ ਦੇ ਵਿਰੁੱਧ, ਦੂਜੇ ਪਾਸੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਪ੍ਰਸ਼ਾਸਨ ਦਾਅਵੇ ਬਹੁਤ ਵੱਡੇ ਕਰ ਰਿਹਾ ਕਿ ਅਸੀਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਵੀ ਜਿਹੜੇ ਕੇਂਦਰ ਸਰਕਾਰ ਨੇ 3 ਕਾਲੇ ਕਾਨੂੰਨ ਬਣਾਏ, ਉਹਨਾਂ ਦੀ ਜਿਹੜੀ ਮਾਰ ਹੈ ਉਹ ਕਿਸਾਨਾਂ ਤੇ ਮਜ਼ਦੂਰਾਂ ਤੇ ਬਹੁਤ ਜ਼ਿਆਦਾ ਪਈ ਹੈ। ਕਿਉਂਕਿ ਜਿਹੜਾ ਸਾਡਾ ਪੰਜਾਬ ਆ ਉਹ ਖੇਤੀ ਪ੍ਰਧਾਨ ਸੂਬਾ ਹੈ। ਸਾਡੇ ਕੋਲ ਕੋਈ ਲੋਹੇ ਦੀ ਖਾਨ ਨਹੀਂ, ਪੱਥਰਾਂ ਦੀ ਖਾਨ ਨਹੀਂ, ਕੋਈ ਕੋਲੇ ਦੀ ਖਾਨ ਨਹੀਂ। ਸਾਡਾ ਜਿਹੜਾ ਕਿਸਾਨ ਹੈ ਉਹ ਸਾਡਾ ਇੱਕ ਖਾਨ ਹੈ ਜਿਹੜਾ ਸਾਨੂੰ ਰੋਟੀ ਖਾਣ ਨੂੰ ਦਿੰਦਾ। ਹਰ ਬੰਦਾ ਕਿਸਾਨ ਦੇ ਉੱਤੇ ਡਿਪੈਂਡ ਕਰਦਾ। ਪੰਜਾਬ ਦੀ ਅਰਥ ਵਿਵਸਥਾ ਜਿਹੜੀ ਹੈ ਉਹ ਵੀ ਕਿਸਾਨ 'ਤੇ ਡਿਪੈਂਡ ਕਰਦੀ ਹੈ। ਔਰ ਕੇਂਦਰ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਬਣਾਏ ਹੈ, ਜਿਨ੍ਹਾਂ ਦਾ ਕਾਫੀ ਸਮੇਂ ਤੋਂ ਵਿਰੋਧ ਹੋ ਰਿਹਾ, ਉਹ ਜਿਹੜੇ ਹੈਗੇ ਕਿਸਾਨ ਵਾਸਤੇ ਕਾਫੀ ਨੁਕਸਾਨਮੰਦ ਹੈ। ਦੂਸਰੇ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਝੂਠੇ ਵਾਅਦੇ ਕਰਕੇ ਕਿਸਾਨਾਂ ਨੂੰ ਮਾਰ ਰਹੀ ਹੈ। ਤੁਸੀਂ ਮੰਡੀਆਂ ਦੇ ਦੌਰੇ ਕੀਤੇ ਹੋਣੇ, ਅਸੀਂ ਮੰਡੀਆਂ ਜਾ ਕੇ ਆਏ ਹਾਂ। ਮੰਡੀ ਦੇ ਅੰਦਰ ਜਿਹੜੀ ਹੈਗੀ ਹੈ ਲਿਫਟਿੰਗ, ਉਹ ਮੇਰੇ ਖਿਆਲ 0% ਹੈ। ਜਿਹੜੇ ਬੰਦੇ ਨੂੰ ਠੇਕਾ ਦਿੱਤਾ ਗਿਆ ਪੋਲੀਟੀਕਲ ਲੈਵਲ ਦੇ ਉੱਤੇ, ਮੇਰੇ ਖਿਆਲ ਠੇਕਾ ਹੈ ਜਾਂ ਕਿਸੇ ਵੱਡੇ ਕਾਂਗਰਸ ਆਗੂ ਦਾ ਜਾਂ ਕਿਸੇ ਵੱਡੇ ਮੰਤਰੀ ਦਾ ਇਹ 'ਚ ਹਿੱਸਾ ਲੱਗਦਾ। ਕਿਉਂਕਿ ਜਿਹੜੇ ਬੰਦਿਆਂ ਕੋਲ ਇਹ ਠੇਕਾ, ਜਿਨ੍ਹਾਂ ਦੇ ਨਾਂ ਦੇ ਉੱਤੇ ਠੇਕਾ ਹੈਗਾ, ਉਹਨਾਂ ਕੋਲ ਨਾ ਤਾਂ ਕੋਈ ਆਪਣਾ ਟਰੱਕ ਹੈ, ਨਾ ਕੋਈ ਆਪਣੀ ਟਰਾਂਸਪੋਰਟ ਕੋਈ ਐਸੀ ਹੈਗੀ ਹੈ, ਜਿਹਦੇ ਕਰਕੇ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਖੰਨਾ ਏਸ਼ੀਆ ਮੰਡੀ ਦੇ ਵਿੱਚ, ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ, ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ। ਲੁਧਿਆਣਾ ਐਸਟੀਐਫ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਾਕਾਬੰਦੀ ਦੇ ਦੌਰਾਨ 3 ਨਸ਼ਾ ਤਸਕਰਾਂ ਨੂੰ 150 ਗ੍ਰਾਮ ਹੈਰੋਇਨ, 1 ਪਿਸਤੌਲ ਤੇ 1 ਰਿਵਾਲਵਰ ਸਣੇ ਕਾਬੂ ਕੀਤਾ ਗਿਆ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਕਥਿਤ ਵਿਅਕਤੀਆਂ ਬਾਰੇ ਇਤਲਾਹ ਮਿਲੀ ਸੀ ਕਿ ਉਕਤ ਆਰੋਪੀ ਰਲ ਕੇ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਨੇ ਤੇ ਜਨਤਾ ਨਗਰ ਵਿਖੇ ਨਸ਼ੇ ਦੀ ਸਪਲਾਈ ਦੇਣ ਲਈ ਜਾ ਰਹੇ ਨੇ, ਤਾਂ ਫੌਰਨ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦੇ ਵੱਲੋਂ ਆਰੋਪੀਆਂ ਨੂੰ ਕਾਬੂ ਕਰ ਲਿਆ ਗਿਆ। ਕੱਲ ਸਾਡੀ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਦੇ ਸਬ ਇੰਸਪੈਕਟਰ ਗੁਰਚਰਨ ਸਿੰਘ, ਏਐਸਆਈ ਪਰਮਜੀਤ ਸਿੰਘ ਅਤੇ ਹੋਰ ਮੁਲਾਜ਼ਮਾਂ ਦੇ ਨਸ਼ੇ ਦੇ ਤਸਕਰਾਂ ਅਤੇ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਨਿਊ ਜਨਤਾ ਨਗਰ ਸ਼ਿਮਲਾਪੁਰੀ ਲੁਧਿਆਣਾ ਹਾਜ਼ਰ ਸੀਗੇ, ਜਿੱਥੇ ਏਐਸਆਈ ਪਰਮਜੀਤ ਸਿੰਘ ਪਾਸ ਮੁਖਬਰੀ ਹੋਈ ਕਿ 3 ਆਰੋਪੀ ਲਖਵਿੰਦਰ ਸਿੰਘ, ਇਕਬਾਲ ਸਿੰਘ ਅਤੇ ਅਮਨਦੀਪ ਸਿੰਘ ਇਹ ਰਲ ਕੇ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਹਨ ਅਤੇ ਇਹਨਾਂ ਨੇ ਆਪਣੇ ਪਾਸ ਨਜਾਇਜ਼ ਰਿਵਾਲਵਰ ਅਤੇ ਪਿਸਟਲ ਵੀ ਰੱਖੇ ਹੋਏ ਹਨ, ਜਿਨ੍ਹਾਂ ਨੇ ਹੈਰੋਇਨ ਦੀ ਸਪਲਾਈ ਦੇਣ ਲਈ ਵੱਖ-ਵੱਖ ਏਰੀਏ ਵਿੱਚ ਜਾਣਾ। ਜਿਹੜੀ ਮੁਖਬਰੀ ਬਹੁਤ ਠੋਸ ਅਤੇ ਭਰੋਸੇਯੋਗ ਸੀ, ਜਿਸ ਮੁਖਬਰੀ ਦੇ ਆਧਾਰ 'ਤੇ ਅਸੀਂ 3 ਆਰੋਪੀਆਂ ਦੇ ਬਰਖਲਾਫ ਮੁਕੱਦਮਾ ਨੰਬਰ 52 ਅਧੀਨ ਧਾਰਾ NDPS ਐਕਟ ਅਤੇ ਆਰਮਜ਼ ਐਕਟ ਥਾਣਾ ਐਸਟੀਐਫ ਮੋਹਾਲੀ ਵਿਖੇ ਦਰਜ ਕਰਾਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਦੀਆਂ ਚੋਣਾਂ 26 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੀਆਂ ਨੇ, ਜਿਸ ਦੇ ਵਿੱਚ ਵੱਖ-ਵੱਖ ਕੈਟੇਗਰੀ ਦੀਆਂ ਵੱਖ-ਵੱਖ ਦਿਨਾਂ ਦੇ ਵਿੱਚ ਚੋਣਾਂ ਹੋਣੀਆਂ ਨੇ। ਜਿਸ ਸੰਬੰਧੀ ਗ੍ਰੈਜੂਏਟ ਕੈਟੇਗਰੀ ਦੇ ਲਈ ਚੋਣ ਲੜ ਰਹੇ ਨਰੇਸ਼ ਗੌੜ ਨੇ ਦੱਸਿਆ ਕਿ 2012 ਤੋਂ ਸੈਨੇਟਰ ਬਣ ਕੇ ਉਹ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਨੇ। ਇਸ ਦੌਰਾਨ ਉਹਨਾਂ 26 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਚੋਣਾਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਰ 4 ਸਾਲ ਬਾਅਦ ਸੈਨੇਟ ਦੇ ਜਿਹੜੇ ਇਲੈਕਸ਼ਨ ਹੁੰਦੇ ਨੇ, ਪਰ ਇਸ ਵਾਰ ਜਿਹੜਾ ਹੈਗਾ 2020 ਦੇ ਵਿੱਚ ਜਦੋਂ ਟਾਈਮ ਪੀਰੀਅਡ ਪੂਰਾ ਹੋਇਆ ਸੀ ਉਸ ਟਾਈਮ ਇਲੈਕਸ਼ਨ ਹੋਣੇ ਸੀ, ਲੇਕਿਨ ਪਰ ਮਹਾਮਾਰੀ ਕਰੋਨਾ ਕਰਕੇ ਇਲੈਕਸ਼ਨ ਜਿਹੜੇ ਅੱਗੇ ਪਾਏ ਗਏ ਸੀ। ਕੁਝ ਹੋਰ ਵੀ ਸਿਆਸੀ ਜਿਹੜੀਆਂ ਗੱਲਾਂ ਸੀ ਜਿਸ ਕਰਕੇ ਇਹ ਇਲੈਕਸ਼ਨ ਜਿਹੜੇ ਸੀ ਸੈਨੇਟ ਦੇ ਉਹਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਲੇਕਿਨ ਪਰ ਕੁਝ ਸੈਨੇਟਰ ਜਿਹੜੇ ਕੋਰਟ 'ਚ ਵੀ ਗਏ। ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਜਿਹੜਾ ਪੰਜਾਬ ਯੂਨੀਵਰਸਿਟੀ ਵੱਲੋਂ ਸੈਨੇਟ ਦੇ ਇਲੈਕਸ਼ਨ ਕਰਾਏ ਜਾ ਰਹੇ ਨੇ। ਸਾਡੇ ਨਾਲ ਨਰੇਸ਼ ਗੌੜ ਜੀ ਨੇ, ਲੰਬੇ ਸਮੇਂ ਤੋਂ ਸੈਨੇਟ ਦੇ ਮੈਂਬਰ ਵੀ ਨੇ, ਉਹਨਾਂ ਵੱਲੋਂ ਜਿਹੜਾ ਹੈਗਾ ਲਗਾਤਾਰ ਜਿਹੜੇ ਕੰਮ ਕੀਤੇ ਨੇ ਉਹ ਕੰਮ ਲੈ ਕੇ ਹੁਣ ਜਿਹੜੇ ਸੈਨੇਟ ਦੀਆਂ ਵੋਟਾਂ ਦੇ ਵਿੱਚ ਜਿਹੜੇ ਵੋਟਰ ਨੇ ਉਹਨਾਂ ਕੋਲ ਜਾਇਆ ਜਾ ਰਿਹਾ। ਕੀ ਉਹਨਾਂ ਦਾ ਅਗਲਾ ਏਜੰਡਾ ਹੈਗਾ, ਕੀ ਗੱਲਾਂ ਲੈ ਕੇ ਉਹ ਜਾ ਰਹੇ ਨੇ, ਹੁਣ ਤੱਕ ਉਹਨਾਂ ਵੱਲੋਂ ਕੀ ਕੰਮ ਕੀਤੇ ਗਏ ਨੇ, ਕੀ ਕਰਨਾ ਚਾਹੁੰਦੇ? ਤਰਸੇਮ ਜੀ, ਮੈਂ 2012 ਤੋਂ ਸੈਨੇਟ ਦੇ ਇਲੈਕਸ਼ਨ ਲੜ ਰਿਹਾ। ਇੱਕ ਬੜਾ ਖੂਬਸੂਰਤ ਸਿਸਟਮ ਹੈ ਪੰਜਾਬ ਯੂਨੀਵਰਸਿਟੀ ਦਾ, ਜਿਸ ਦੇ ਵਿੱਚ ਡੈਮੋਕ੍ਰੈਟਿਕ ਸੈਟਅਪ ਦੇ ਨਾਲ ਜਿਹੜੀ ਯੂਨੀਵਰਸਿਟੀ ਗਵਰਨ ਕਰਦੀ ਹੈ। ਮੇਰਾ ਖਿਆਲ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਹੋਰ ਐਸੀ ਯੂਨੀਵਰਸਿਟੀ ਨਹੀਂ ਹੈ। ਔਰ ਇੱਕ ਬੜਾ ਨਵੇਕਲਾ ਜਿਹਾ ਸਿਸਟਮ ਹੈ ਇਸ ਯੂਨੀਵਰਸਿਟੀ ਦਾ, ਜਿਸ ਦੇ ਵਿੱਚ ਡਿਫਰੈਂਟ ਕੌਂਸਟੀਚੁਐਂਸੀ, ਡਿਫਰੈਂਟ ਤਰ੍ਹਾਂ ਦੇ ਲੋਕ ਜਿਹੜੀ ਹੈ ਯੂਨੀਵਰਸਿਟੀ ਦੀ ਗਵਰਨਿੰਗ ਬੋਡੀ ਦੇ ਵਿੱਚ ਆਉਂਦੇ ਆ। ਔਰ ਇੱਕ ਬਹੁਤ ਅੱਛਾ ਸਿਸਟਮ ਹੈ ਜਿਸ ਦੇ ਵਿੱਚ ਗ੍ਰੈਜੂਏਟ ਕੌਂਸਟੀਚੁਐਂਸੀ ਹੈ, ਟੀਚਰ ਕੌਂਸਟੀਚੁਐਂਸੀ ਹੈ, ਪ੍ਰਿੰਸੀਪਲ ਕੌਂਸਟੀਚੁਐਂਸੀ ਹੈ, ਫੈਕਲਟੀ ਹੈ, ਟੈਕਨੀਕਲ ਕਾਲਜਸ ਨੇ, ਯੂਨੀਵਰਸਿਟੀ ਦੇ ਲੈਕਚਰਰ ਨੇ। ਇੱਕ ਬੜੇ ਸੰਮੇਲ ਦੇ ਨਾਲ ਜਿਸ ਬੰਦੇ ਨੇ ਕੌਂਸਟੀਟਿਊਸ਼ਨ ਬਣਾਇਆ, ਜਿਸ ਨੇ ਸਿਸਟਮ ਨੂੰ ਬਣਾਇਆ, ਮੈਂ ਕਹਾਂਗਾ ਕਿ ਬਹੁਤ ਵਧਾਈ ਦਾ ਪਾਤਰ ਹੈ ਇਸ ਤਰ੍ਹਾਂ ਦਾ ਸਿਸਟਮ ਜਿਸ ਨੇ ਬਣਾਇਆ। ਵੀ ਹਰ ਸੈਕਸ਼ਨ ਦੀ ਇੱਕ ਰਿਪਰੈਜ਼ੈਂਟੇਸ਼ਨ ਹੈ, ਹਰ ਸੈਕਸ਼ਨ ਦੇ ਲੋਕ ਜਿਹੜੇ ਆ ਉਸ ਯੂਨੀਵਰਸਿਟੀ ਵਿੱਚ ਚੱਲਦੇ ਆ। ਔਰ ਮੈਂ ਫਸਟ ਟਾਈਮ 2012 'ਚ ਇਸ ਇਲੈਕਸ਼ਨ ਦੇ ਵਿੱਚ ਕੰਟੈਸਟ ਕੀਤਾ ਫਰੋਮ ਦੀ ਗ੍ਰੈਜੂਏਟ ਕੌਂਸਟੀਚੁਐਂਸੀ, ਔਰ ਬੜਾ ਅੱਛਾ ਰਿਸਪੌਂਸ ਲੋਕਾਂ ਤੋਂ ਮਿਲਿਆ। ਔਰ ਵਾਕਈ ਜਦੋਂ ਮੈਂ ਅੰਦਰ ਗਿਆ ਯੂਨੀਵਰਸਿਟੀ ਦੇ ਵਿੱਚ ਜਾ ਕੇ, ਇਹ ਬੜਾ ਅੱਛਾ ਲੱਗਿਆ ਕਿ ਇੱਕ ਬੜੇ ਅੱਛੇ ਸੈਟਅਪ ਦੇ ਵਿੱਚ ਇਸ ਯੂਨੀਵਰਸਿਟੀ ਦੇ ਵਿੱਚ ਆਏ ਹਾਂ, ਔਰ ਬੜਾ ਅੱਛਾ ਰੋਲ ਪਲੇ ਕਰਨ ਨੂੰ ਮੌਕਾ ਵੀ ਮਿਲਿਆ। ਔਰ ਉੱਥੋਂ ਦੇ ਪੁਰਾਣੇ ਲੋਕਾਂ ਦੇ ਨਾਲ ਸੁਮੇਲ ਦੇ ਨਾਲ ਬੜੀਆਂ ਚੀਜ਼ਾਂ ਦੀ ਸਮਝ ਵੀ ਆਈ। ਕਿਆ ਮੁਸ਼ਕਲਾਂ ਨੇ ਲੋਕਾਂ ਦੀਆਂ, ਕਿਆ ਟੀਚਰਸ ਦੀਆਂ ਮੁਸ਼ਕਲਾਂ ਨੇ, ਕਿਆ ਕਾਲਜ ਦੀਆਂ ਮੁਸ਼ਕਲਾਂ ਨੇ, ਕਿਆ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੇ। ਕਿਉਂਕਿ ਜੇ ਇੱਕ ਡੈਮੋਕ੍ਰੈਟਿਕ ਸੈਟਅਪ ਨਾ ਹੋਵੇ ਤਾਂ ਯੂਨੀਵਰਸਿਟੀ ਅਥਾਰਟੀ ਜਿਵੇਂ ਮਰਜ਼ੀ ਫੀਸਾਂ ਵਧਾ ਦੇਵੇ, ਜਿਵੇਂ ਮਰਜ਼ੀ ਕਰੀ ਜਾਵੇ। ਮੈਨੂੰ ਯਾਦ ਆ ਜਦ ਮੈਂ ਪਹਿਲੀ ਵਾਰੀ 2013 ਦੇ ਵਿੱਚ ਯੂਨੀਵਰਸਿਟੀ ਇੱਕ ਡਾਟਾ ਲੈ ਕੇ ਆਈ ਵੀ ਅਸੀਂ 20% ਜਿਹੜੀ ਫੀਸ ਆ ਉਹ ਇਨਕਰੀਜ਼ ਕਰਨ ਜਾ ਰਹੇ ਹਾਂ। ਔਰ ਮੈਂ ਉਸ ਨੂੰ ਵਿਦ ਟੂਥ ਐਂਡ ਨੇਲ ਉਸ ਸੈਨੇਟ ਦੀ ਮੀਟਿੰਗ ਦੇ ਵਿੱਚ ਫਾਈਟ ਕੀਤਾ ਵੀ ਜਿਹੜੀ 20% ਕਹਿੰਦੇ ਜੀ ਅਸੀਂ ਕਈ ਸਾਲਾਂ ਤੋਂ ਜਿਹੜੀ ਹੈ ਇਹ ਫੀਸ ਨਹੀਂ ਵਧਾਈ। ਮੈਂ ਦਿਸ ਡਜ਼ਨਟ ਮੀਨਸ ਕਿ ਜੇ ਤੁਸੀਂ ਨਹੀਂ ਵਧਾਈ ਹੈ ਤੁਹਾਡੀ ਗਲਤੀ ਹੈ ਵੀ ਤੁਸੀਂ ਇੱਕਦਮ ਹੀ 20% ਵਧਾ ਦਿਓ। ਬਹੁਤ ਸਾਰੇ ਇਸ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਕਾਲਜਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਜਿਹੜੇ ਕਿ ਇੰਨੀਆਂ ਫੀਸਾਂ ਅਫੋਰਡ ਨਹੀਂ ਕਰ ਸਕਦੇ। ਤਾਂ ਉਸ ਵੇਲੇ ਫੈਸਲਾ ਆਇਆ ਵੀ ਸਿਰਫ 2.5% ਜਿਹੜੀ ਫੀਸ ਆ ਉਹ ਵਧਾਈ। ਮੈਂ ਮੰਨਦਾ ਜ਼ਰੂਰ ਫੀਸ ਵਧਣੀ ਚਾਹੀਦੀ ਆ, ਮਹਿੰਗਾਈ ਵੀ ਵੱਧਦੀ ਆ, ਪਰ ਮਹਿੰਗਾਈ ਇੰਨੀ ਵੀ ਨਹੀਂ ਵਧੀ ਕਿ 20%, ਕਿਉਂਕਿ ਐਜੂਕੇਸ਼ਨ ਔਰ ਹੈਲਥ ਸਿਸਟਮ ਜਿਹੜਾ ਦੇਣਾ ਗੌਰਮੈਂਟ ਦੀ ਜ਼ਿੰਮੇਵਾਰੀ ਆ, ਹਰ ਨਾਗਰਿਕ ਨੂੰ ਪਹੁੰਚਾਉਣਾ। ਆਪਾਂ ਕਹਿੰਦੇ ਆ ਪੜ੍ਹੋ ਪੜ੍ਹਾਓ, ਉਹ ਤਾਂ ਹੀ ਪੜ੍ਹਾਉਣਗੇ ਜੇ ਉਹਨਾਂ ਕੋਈ ਇਨਫਰਾਸਟ੍ਰਕਚਰ ਹੋਏਗਾ, ਜੇ ਐਸਾ ਸਿਸਟਮ ਹੋਏਗਾ। ਉਸ ਲਈ ਇਸੇ ਤਰ੍ਹਾਂ ਟੀਚਰਸ ਦੀਆਂ ਬੜੀਆਂ ਮੁਸ਼ਕਲਾਂ ਨੇ, ਮਤਲਬ ਇੰਨੀਆਂ ਕੁ ਮੁਸ਼ਕਲਾਂ ਨੇ, ਇੰਨੀ ਕੁ ਐਕਸਪਲਾਈਟੇਸ਼ਨ। ਮੈਂ ਬੈਂਕਿੰਗ ਸੈਕਟਰ ਦੇ ਵਿੱਚ ਕੰਮ ਕਰਦਾ, ਅਸੀਂ ਇੱਕ ਅੱਛੀ ਯੂਨੀਅਨ ਦੇ ਤਹਿਤ ਕੰਮ ਕਰਦੇ ਹਾਂ। ਸਾਡੇ ਕੋਈ ਇੰਨੀ ਤਰ੍ਹਾਂ ਦੀ ਐਕਸਪਲਾਈਟੇਸ਼ਨ ਨਹੀਂ, ਪਰ ਉੱਥੇ ਜਾ ਕੇ ਪਤਾ ਲੱਗਿਆ ਟੀਚਰ ਵਿਚਾਰੇ PhD ਪੜ੍ਹੇ ਹੋਏ, PhD ਤੱਕ ਕੀਤੀਆਂ ਟੀਚਰ, ਜਿਹਨਾਂ ਕੋਈ ਇੰਨੀ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਕਸਪਲਾਈਟੇਸ਼ਨ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਉਹਨਾਂ ਟੀਚਰਾਂ ਨੂੰ ਮਤਲਬ 9-9, 10-10, 12-12 ਹਜ਼ਾਰ ਰੁਪਏ ਦੇ ਉੱਤੇ, ਜੋ ਇੱਕ ਰੈਗੂਲਰ ਟੀਚਰ ਜਿਹੜਾ ਕਿ ਲੱਖ ਰੁਪਈਆ ਤਨਖਾਹ ਲੈ ਰਿਹਾ, 75,000 ਤਨਖਾਹ ਲੈ ਰਿਹਾ ਕੰਮ ਕਰ ਰਿਹਾ, ਉਹ ਟੀਚਰ ਵਿਚਾਰੇ 12-12 ਹਜ਼ਾਰ ਰੁਪਏ ਦੇ ਉੱਤੇ ਕੰਮ ਕਰ ਰਹੇ ਨੇ। ਰਾਏਕੋਟ ਸ਼ਹਿਰ ਦੇ ਜੋਲਾ ਰੋਡ ਤੇ ਲੱਗੇ ਕੂੜੇ ਦੇ ਵੱਡੇ ਢੇਰ, ਜਿੱਥੇ ਸਵੱਛ ਭਾਰਤ ਅਭਿਆਨ ਮੁਹਿੰਮ ਦੀਆਂ ਧੱਜੀਆਂ ਉਡਾ ਰਹੇ ਨੇ, ਉੱਥੇ ਹੀ ਇਹਨਾਂ ਕੂੜੇ ਦੇ ਢੇਰਾਂ ਤੋਂ ਮੁਹੱਲਾ ਵਾਸੀ ਵੀ ਕਾਫੀ ਪਰੇਸ਼ਾਨ ਨੇ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਚਲਦਿਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਮੁਹੱਲਾ ਵਾਸੀਆਂ ਨੇ ਆਖਿਆ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਸਹੀ ਤਰੀਕੇ ਦੇ ਨਾਲ ਸਫਾਈ ਨਹੀਂ ਹੋਈ ਹੈ ਤੇ ਮੁਹੱਲੇ ਦੀਆਂ ਪ੍ਰਮੁੱਖ ਸੜਕਾਂ ਤੇ ਵੀ ਕੂੜੇ ਦੇ ਢੇਰ ਲੱਗੇ ਹੋਏ ਨੇ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਉਹਨਾਂ ਦੇ ਵੱਲੋਂ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ, ਪਰ ਉਹਨਾਂ ਦੇ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਧਰ ਜਦੋਂ ਇਸ ਸੰਬੰਧੀ ਨਗਰ ਕੌਂਸਲ ਰਾਏਕੋਟ ਦੇ ਸੈਨੀਟਰੀ ਇੰਸਪੈਕਟਰ ਹਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਰਾਏਕੋਟ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਪੂਰੇ ਵਧੀਆ ਢੰਗ ਦੇ ਨਾਲ ਚੱਲ ਰਹੀ ਹੈ। ਇਹ ਬਾਈ ਜੀ ਕਿਹੜਾ ਏਰੀਆ ਜਿੱਥੇ ਕੂੜਾ ਗੰਦ ਪਿਆ ਹੋਇਆ? ਇਹ ਜਵਾਹਰ ਰੋਡ ਆ ਜੀ। ਕਿੰਨਾ ਚਿਰ ਹੋ ਗਿਆ ਜੀ ਸਫਾਈ ਹੋਏ ਨੂੰ? ਇਹ 1.5 ਮਹੀਨੇ ਹੋ ਗਏ ਜੀ। ਮੁਰ ਸਫਾਈ ਕੀਤੀ ਨਹੀਂ? ਸਫਾਈ ਕੋਈ ਨਹੀਂ ਕਰਦਾ ਹੈਗਾ। ਜੇ ਕਹਿੰਦੇ ਆ ਤਾਂ ਕਹਿੰਦੇ ਸਾਡੇ ਕਰਮਚਾਰੀ ਘੱਟ ਨੇਗੇ, ਅਸੀਂ ਸਾਡੀ ਡਿਊਟੀ ਹੋਰ ਲੱਗ ਜਾਂਦੀ ਆ ਕਿਸੇ ਪਾਸੇ। ਡੀਆਂ ਦੇ ਵਿੱਚ ਵੀ ਖਾਣੇ ਵਿੱਚ ਪੂਰਾ ਕਰਾ ਚੜਿਆ ਪਿਆ ਜੀ ਮਹੱਲੇ ਦੇ ਵਿੱਚ। ਤੁਹਾਨੂੰ ਬੜੀ ਪਰੇਸ਼ਾਨੀ ਆਉਂਦੀ ਹੋਊਗੀ ਇੱਥੇ ਲੰਘਣ ਵੇਲੇ? ਪਰੇਸ਼ਾਨੀ, ਬਿਮਾਰ ਹੋਏ ਪਏ ਆ, ਮੱਛਰ ਬਹੁਤ ਆ ਜੀ। ਦਫ਼ਤਰ ਵੀ ਜਾ ਕੇ ਕਿਹਾ ਅਧਿਕਾਰੀਆਂ ਨੂੰ, ਕਿਸੇ ਨੂੰ ਮਿਲੇ ਹੋ? ਹਾਂ ਜੀ ਮਿਲੇ ਆ, ਮਤਲਬ ਅਧਿਕਾਰੀਆਂ ਨੂੰ ਮਿਲਦੇ ਆ ਜੀ। ਉਹ ਕਹਿੰਦੇ ਕਰਾਂਗੇ, ਭੇਜਾਂਗੇ। ਬਸ ਕਹਿੰਦੇ ਭੇਜਣਾ, ਸਾਡੇ ਮਗਰ ਆਏ। ਹਾਂ ਜੀ, ਮਤਲਬ 2 ਮਹੀਨੇ ਤੋਂ ਲਾਰੇ ਲਾਈ ਜਾਂਦੇ ਨੇ। ਲਾਰੇ ਲਾਈ ਜਾਂਦੇ ਆ ਜੀ।
ਤੇ ਹੁਣ ਦਾ ਮਤਲਬ ਕਾਉਂਸਲਰ ਵੀ ਬਣ ਗਏ, ਉਹਦੇ ਨਾਲ ਵੀ ਗੱਲ ਕੀਤੀ ਹੋਗੀ? ਉਹ ਜੇ ਅਜੇ ਉਹ ਕਹਿੰਦੇ ਨੇ ਸਾਡੀ ਕਮੇਟੀ ਨਹੀਂ ਹਟਾਈ ਹੈ, ਪ੍ਰਧਾਨਗੀ ਨਹੀਂ ਬਣੀ, ਉਹ ਨਹੀਂ ਹੋਇਆ, ਆ ਨਹੀਂ ਹੋਇਆ। ਹਾਂਜੀ ਸਰ, ਜਿਹੜਾ ਨਗਰ ਕੌਂਸਲ ਦੇ ਵੱਲੋਂ ਆਪਣੀ ਸਫਾਈ ਦੇ ਪ੍ਰਬੰਧ ਸੰਬੰਧੀ ਕੁਝ ਲੋਕਾਂ ਨੇ ਸਵਾਲ ਉਠਾਏ ਨੇ। ਜੋੜਾ ਰੋਡ ਤੇ ਮੈਂ ਜਾ ਕੇ ਆਇਆ, ਉੱਥੇ ਕਿਹਾ ਵੀ ਕੂੜੇ ਦੇ ਢੇਰ ਲੱਗੇ ਹੋਏ ਨੇ, ਜਿਹੜਾ ਡਸਟਬਿਨ ਨੇ ਉਹ ਟੁੱਟੇ ਪਏ ਨੇ, ਕੀ ਕਹਿਣਾ ਚਾਹੋਗੇ? ਜਿਹੜੇ ਤਾਂ ਡਸਟਬਿਨ ਟੁੱਟੇ ਹੋਏ ਆ ਉਹਨਾਂ ਵਿੱਚੋਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਡਸਟਬਿਨ ਟੁੱਟ ਗਏ ਉਹਨਾਂ ਅਸੀਂ ਰਿਪੇਅਰ ਕਰਾ ਰਹੇ ਹਾਂ। ਕਈਆਂ ਦਾ ਜਿਹੜਾ ਬੇਸ ਹੈ ਉਹ ਹਿੱਲ ਗਿਆ, ਉਹਨੂੰ ਅਸੀਂ ਦੁਬਾਰਾ ਸਹੀ ਤਰੀਕੇ ਨਾਲ ਲਵਾ ਰਹੇ ਹਾਂ। ਤੇ ਜਿਹੜਾ ਜੋਲਾ ਰੋਡ ਤੇ ਜਿਹੜਾ ਕੂੜਾ ਪਿਆ ਉਹ ਨਾਲੇ ਰਾਹੀਂ ਕੁਝ ਮੈਨੂਅਲੀ ਕੁਝ JCB ਰਾਹੀਂ ਕਢਾਇਆ ਗਿਆ ਹੈ। ਉਹ ਵਾਰਡ ਵਾਈਜ਼ ਸਾਡਾ ਜਿਹੜਾ ਸਫਾਈ ਮੁਹਿੰਮ ਦਾ ਚੱਲ ਰਿਹਾ। ਜਿਵੇਂ ਜਿਵੇਂ ਅਸੀਂ ਨਾਲੇ ਦੀ ਗਾਰ ਕੱਢਦੇ ਹਾਂ ਸੁੱਕਣ ਨੂੰ 2 ਜਾਂ 3 ਦਿਨ ਲੱਗ ਜਾਂਦੇ ਨੇ। ਉਹ ਰੀਸੈਂਟਲੀ ਕਢਾਇਆ ਗਿਆ, ਉਹਨੂੰ ਹੁਣ ਅਸੀਂ ਕੱਲ੍ਹ ਜਾਂ ਪਰਸੋਂ 2 ਦਿਨ ਦੇ ਅੰਦਰ ਵਿੱਚ ਆ ਜਾਣਾ। ਇਸ ਤੋਂ ਪਹਿਲਾਂ ਅਸੀਂ ਤਲਾਲੇ ਮੰਦਰ ਬਿਰਧ ਆਸ਼ਰਮ ਵਾਲਾ ਰੋਡ ਤੇ ਬਰਨਾਲਾ ਰੋਡ ਤੋਂ ਕੂੜਾ ਚੁਕਾ ਚੁੱਕੇ ਹਾਂ। ਹੁਣ ਅਸੀਂ ਜੋਲਾ ਰੋਡ ਦਾ ਜਿਹੜਾ ਪਿਆ ਵਾ, ਜਿਹਦੇ ਬਾਰੇ ਸ਼ਿਕਾਇਤ ਆਈ ਹੈ ਜਾਂ ਜਿਹਨੂੰ ਮੈਂ ਵੀ ਮੌਕਾ ਦੇ ਕੇ ਉਹ ਚੁਕਾ ਦਿੱਤਾ ਜਾਏ। ਲੁਧਿਆਣਾ ਦੇ ਬਸਤੀ ਜੋਧੇਵਾਲ ਵਿਖੇ ਜੈ ਮਾਂ ਚਿੰਤਪੁਰਨੀ ਸੇਵਾ ਸੁਸਾਇਟੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ। ਇਸ ਦੌਰਾਨ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਨੇ ਹਿੱਸਾ ਲਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜੈ ਮਾਂ ਚਿੰਤਪੁਰਨੀ ਸੇਵਾ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਜ਼ਰੂਰਤਮੰਦਾਂ ਦੀ ਸੇਵਾ ਕਰਦੀ ਆ ਰਹੀ ਹੈ, ਚਾਹੇ ਉਹ ਸਕੂਲੀ ਬੱਚਿਆਂ ਦੀ ਫੀਸ ਨੂੰ ਲੈ ਕੇ ਹੋਵੇ ਜਾਂ ਫਿਰ ਕਰੋਨਾ ਕਾਲ ਦੇ ਵਿੱਚ ਕਿਸੇ ਜ਼ਰੂਰਤਮੰਦ ਨੂੰ ਸਮਾਨ ਦੇਣਾ ਹੋਵੇ। ਉਹਨਾਂ ਕਿਹਾ ਕਿ ਇਸੇ ਸਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਸ਼ਹਿਰ ਵਾਸੀਆਂ ਨੂੰ ਕਰੋਨਾ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਜੈ ਮਾਂ ਚਿੰਤਪੁਰਨੀ ਸੇਵਾ ਸੁਸਾਇਟੀ ਵੱਲੋਂ ਅੱਜ ਬਸਤੀ ਜੋਧੇਵਾਲ ਚੌਂਕ 'ਚ ਰਾਇਲ ਮੋਟਰ ਕੰਪਨੀ ਯਾਮਾ ਦੇ ਸ਼ੋਰੂਮ ਦੇ ਵਿੱਚ ਮੀਟਿੰਗ ਰੱਖੀ ਗਈ, ਜਿਹਦੇ ਵਿੱਚ ਲੀਨਾ ਟਪਾੜੀਆ ਮੈਡਮ, ਰਾਣਾ ਭਾਜੀ, DPRO ਸਾਹਿਬ ਸਾਰੇ ਪਧਾਰੇ ਨੇ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਉਹਨਾਂ ਨੇ ਕੀਮਤੀ ਟਾਈਮ ਕੱਢਿਆ। ਬਾਕੀ ਇਹਦੇ ਵਿੱਚ ਅਸੀਂ ਲੋਕਾਂ ਦੀ ਮਦਦ ਕਰਦੇ ਹਾਂ, ਸਕੂਲ ਦੇ ਬੱਚਿਆਂ ਦੀ ਮਦਦ ਕਰਦੇ ਹਾਂ, ਕੋਈ ਮਾਸਕ, ਕੋਈ ਦਵਾਈ, ਮੈਡੀਸਨ, ਕਰੋਨਾ ਰਾਸ਼ਨ ਸਾਰਾ ਕੁਝ ਉਪਲਬਧ ਕਰਾਉਂਦੇ, ਉਹਦੇ ਅਗੇਂਸਟ ਇਹ ਮੀਟਿੰਗ ਕੀਤੀ ਗਈ ਹੈ। ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਟਾਈਮ ਕੱਢ ਕੇ ਸਾਡੇ ਲਈ ਆਏ ਨੇ। ਕੀ ਮੈਸੇਜ ਦੇਣਾ ਚਾਹੁੰਦੇ ਲੋਕ? ਮੈਸੇਜ ਲੋਕਾਂ ਨੂੰ ਇਹ ਦੇਣਾ, ਕਰੋਨਾ ਬਹੁਤ ਵੱਧ ਰਿਹਾ ਵੈ, ਆਪਣੇ ਘਰਾਂ 'ਚ ਰਹਿਣਾ ਚਾਹੀਦਾ ਵੈ, ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਵੈ, ਇੱਕ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ, ਜਿਹੜੀ ਕਰ ਸਕਦਾ ਉਹ ਕਰਨੀ ਚਾਹੀਦੀ। ਲੁਧਿਆਣਾ ਦੀ ਨਵਚੇਤਨਾ ਸੰਸਥਾ ਦੇ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਸੰਸਥਾ ਦੇ ਵੱਲੋਂ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾ ਰਿਹਾ ਹੈ। ਇਸੇ ਦੇ ਚਲਦਿਆਂ ਕੰਜਕ ਪੂਜਨ ਦੇ ਮੁੱਖ ਮੌਕੇ ਤੇ ਨਵਚੇਤਨਾ ਸੰਸਥਾ ਦੇ ਵੱਲੋਂ 10ਵੀਂ ਪਾਸ ਕਰਨ ਤੇ ਸਿਮਰਨਜੋਤ ਕੌਰ ਨੂੰ ਪੜ੍ਹਾਈ ਜਾਰੀ ਰੱਖਣ ਦੇ ਲਈ ਵਜ਼ੀਫਾ ਦਿੱਤਾ ਗਿਆ ਤੇ ਸਟੇਸ਼ਨਰੀ ਦਾ ਸਮਾਨ ਵੀ ਵੰਡਿਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਅਜਿਹਾ ਕੋਈ ਵੀ ਜ਼ਰੂਰਤਮੰਦ ਬੱਚਾ ਹੈ ਜੋ ਆਪਣੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦਾ ਤਾਂ ਉਹ ਸੰਸਥਾ ਨੂੰ ਸੰਪਰਕ ਕਰੇ ਤੇ ਉਸ ਬੱਚੇ ਦੇ ਪੜ੍ਹਾਈ ਦਾ ਖਰਚਾ ਸੰਸਥਾ ਦੇ ਵੱਲੋਂ ਚੁੱਕਿਆ ਜਾਵੇਗਾ। ਮੈਂ ਪਰਮਜੀਤ ਸਿੰਘ ਪਨੇਸਰ, ਚੇਅਰਮੈਨ ਬਾਲ ਭਲਾਈ ਕਮੇਟੀ, ਨਵਚੇਤਨਾ ਬਾਲ ਭਲਾਈ ਕਮੇਟੀ। ਅਸੀਂ ਕੁਝ ਸਕੂਲਾਂ ਦੇ ਵਿੱਚੋਂ ਕੁਝ ਐਸੇ ਬੱਚੇ ਅਡਾਪਟ ਕੀਤੇ ਹੋਏ ਆ ਜਿਨ੍ਹਾਂ ਦੇ ਮਾਂ-ਬਾਪ ਹੈ ਨਹੀਂ ਜਾਂ ਮਾਂ-ਬਾਪ ਛੱਡ ਕੇ ਜਿਹੜੇ ਆ ਚਲੇ ਗਏ। ਉਹਨਾਂ ਬੱਚਿਆਂ ਦਾ ਅਸੀਂ ਜਦੋਂ ਤੋਂ ਅਡਾਪਟ ਕਰ ਲੈਂਦੇ ਹਾਂ ਧੌਰ ਪੜ੍ਹਾਈ ਜਿੰਨਾ ਉਹਨਾਂ ਨੇ ਪੜ੍ਹਨਾ ਉਦੋਂ ਤੱਕ ਉਹਨਾਂ ਦਾ ਪੜ੍ਹਾਈ ਦਾ ਲਿਖਾਈ ਦਾ ਜੋ ਉਹਨਾਂ ਦੀ ਵਰਦੀ ਆ, ਜੋ ਉਹਨਾਂ ਦੀਆਂ ਕਿਤਾਬਾਂ ਵਗੈਰਾ, ਜੋ ਵੀ ਪੜ੍ਹਾਈ ਦੇ ਜਾਂ ਸਕੂਲ ਦੇ ਉਹਨਾਂ ਦਾ ਖਰਚਾ ਆਉਣਾ, ਉਹ ਨਵਚੇਤਨਾ ਜਿਹੜੀ ਆ ਉਹ ਚੱਲਦੀ ਆ। ਅਸੀਂ ਹੋਰ ਵੀ ਇਹਨਾਂ ਨੂੰ ਕਿਹਾ ਵੀ ਜਿੱਥੇ ਕਿਤੇ ਇਸ ਤਰ੍ਹਾਂ ਦਾ ਕੋਈ ਬੱਚਾ ਲੱਭਦਾ ਜਿਹਦੇ ਮਾਂ-ਬਾਪ ਹੈ ਨਹੀਂ ਜਾਂ ਉਹ ਮਾਂ-ਬਾਪ ਉਸ ਬੱਚੇ ਨੂੰ ਸੰਭਾਲਦੇ ਨਹੀਂ, ਛੱਡ ਕੇ ਚਲੇ ਗਏ, ਉਹ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਨਵਚੇਤਨਾ ਵੱਲੋਂ ਟਾਈਮ ਟੂ ਟਾਈਮ ਜਿਹੜੇ ਸੋਸ਼ਲ ਲੀਗਲ ਤੇ ਚਾਈਲਡ ਰਾਈਟਸ ਦੇ ਉੱਪਰ ਵਰਕਆਊਟ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਸਾਡੇ ਵੱਲੋਂ ਜਿਹੜੀਆਂ ਬੇਟੀ ਬਚਾਓ ਪੜ੍ਹਾਓ ਮੁਹਿੰਮ ਆ ਸਾਡੀ, ਇਹਦੇ 'ਤੇ ਜਿਹੜੀ ਸਾਡੀ ਸਪੈਸ਼ਲ ਜਿਹੜੀ ਸਾਡੀ ਕੰਪੇਨ ਚੱਲ ਰਹੀ ਆ ਤੇ ਇਸੇ ਕੰਪੇਨ ਨੂੰ ਅਸੀਂ ਫਰੂਟਫੁਲ ਰਿਜ਼ਲਟ ਦਿੰਦੇ ਹੋਏ ਕੁਝ ਬੱਚੀਆਂ ਸਾਡੇ ਵੱਲੋਂ ਅਡਾਪਟ ਕੀਤੀਆਂ ਗਈਆਂ ਸੀ ਜਿਨ੍ਹਾਂ ਦੀਆਂ ਪੇਰੈਂਟਸ ਨਹੀਂ ਹੈ ਜਾਂ ਔਰਫਨ ਨੇ ਉਹ ਜਾਂ ਪੜ੍ਹਨ ਵਿੱਚ ਬਹੁਤ ਅੱਛੀਆਂ ਨੇ। ਤੇ ਇਸ ਸਾਲ ਜਿਹੜੀ ਸਾਡੇ ਕੋਲ ਸਿਮਰਨਜੋਤ ਆ ਇਹਨੇ 10th ਪਾਸ ਕੀਤੀ ਆ ਤੇ +1 ਲਈ ਅਸੀਂ ਆਨਰ ਕੀਤਾ ਬੱਚੇ ਨੂੰ, ਬਹੁਤ ਵਧੀਆ, ਕਿਉਂਕਿ ਅੱਜ ਕੰਜਕਾਂ ਦਾ ਦਿਨ ਆ ਤੇ ਕੰਜਕਾਂ ਸਾਡੇ ਜਿਹੜੀ ਨਵਚੇਤਨਾ ਵੱਲੋਂ ਅੱਜ ਅਸੀਂ ਨਵੀਂ ਪੀੜ ਚਲਾਈ ਗਈ ਆ ਵੀ ਕੰਜਕਾਂ ਦੇ ਉੱਤੇ ਬੱਚੇ ਨੂੰ ਆਨਰ ਕਰਕੇ ਇੱਕ ਜਿਹੜਾ ਸਾਰਾ ਸਾਲ ਉਹਨੂੰ ਅਸੀਂ ਮੋਟੀਵੇਟ ਕਰਾਂਗੇ। ਕੋਰੋਨਾ ਕਾਲ ਦੇ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਤੇ ਭਗਵਾਨ ਵਾਲਮੀਕੀ ਸੇਵਾ ਸੰਘ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਨਿਭਾਈ ਜਾ ਰਹੀ ਨਿਰਸਵਾਰਥ ਸੇਵਾ ਨੂੰ ਸਲਾਮ ਕਰਦੇ ਹੋਏ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਘ ਦੇ ਮੈਂਬਰਾਂ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਮੇਰਾ ਨਾਮ ਰਵੀ ਬਾਲੀ ਹੈ ਜੀ, ਮੈਂ ਭਗਵਾਨ ਵਾਲਮੀਕੀ ਸੇਵਕ ਸੰਘ ਦਾ ਪ੍ਰੈਜ਼ੀਡੈਂਟ ਹੈ। ਮੇਰੇ ਨਾਲ ਉਚੇਚੇ ਤੌਰ ਤੇ ਪਾਇਲਟ ਸਾਹਿਬ ਸੁਰਿੰਦਰ ਜੀ, ਅਸ਼ੋਕ ਭਾਜੀ ਤੇ ਸਾਡੇ ਹਾਂਜੀ ਜੱਗਾ ਭਾਜੀ ਤੇ ਇਧਰ ਭਾਈ ਸਾਹਿਬ ਨੇ ਵੱਡੇ। ਸੋ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਸੂਰਾ ਸੋ ਪਹਿਚਾਣੀਏ ਜੋ ਲੜਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰਾ ਹੈ ਕਬੂ ਨਾ ਛੱਡੇ ਖੇਤ। ਮਨ ਦੇ ਵਿੱਚ ਅੱਜ ਸਵੇਰੇ ਇੱਕ ਵਿਚਾਰ ਆਇਆ ਕਿ ਜਿਸ ਪ੍ਰਕਾਰ ਸਫਾਈ ਸੇਵਕ ਡਾਕਟਰ
ਜਾਂ ਸਮੁੱਚੇ ਜਿਹੜੇ ਸਮਾਜ ਦੀ ਰੱਖਿਆ ਕਰਨ ਵਾਲੇ ਸਾਡੇ ਪੁਲਿਸ ਮੁਲਾਜ਼ਮ ਭਾਈਚਾਰਾ ਵਾ, ਇਹਨਾਂ ਦਾ ਵੀ ਪ੍ਰੋਪਰ ਸਨਮਾਨ ਹੋਣਾ ਚਾਹੀਦਾ। ਸਮਾਜ ਦੇ ਵਿੱਚ ਜ਼ਿਆਦਾਤਰ ਬੰਦੇ ਮੈਂ ਇਹੀ ਦੇਖੇ ਆ ਵੀ ਅਗਲੇ ਕਹਿੰਦੇ ਵੀ ਪੈਸੇ ਲੈਂਦੇ ਤੇ ਡਿਊਟੀ ਕਰਦੇ ਆ, ਲੇਕਿਨ ਐਸੀ ਗੱਲ ਨਹੀਂ ਹੈ। 24 ਆਵਰ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਦੀ ਜਾਨ ਨੂੰ ਜੋਖਿਮ 'ਚ ਰੱਖ ਕੇ ਇਹ ਦਿਨ ਰਾਤ ਬਾਹਰ ਡਿਊਟੀਆਂ ਕਰਦੇ ਨੇ। ਦੇਖੋ ਕਰੋਨਾ ਪਿਛਲੇ ਸਾਲ ਦੀ ਤਰ੍ਹਾਂ ਹੁਣ ਦੁਬਾਰਾ ਫੇਰ ਆਪਦੇ ਪੀਕ ਤੇ ਆ, ਕਾਫੀ ਕੇਸਿਸ ਹਾਈ ਰੇਟ ਤੇ ਆ ਰਹੇ ਨੇ ਰੋਜ਼ਾਨਾ। ਇਸ ਸੰਬੰਧੀ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਜੋ ਸਾਨੂੰ ਸਰਕਾਰ ਪ੍ਰਸ਼ਾਸਨ ਹਦਾਇਤ ਦਿੰਦਾ ਹੈ ਉਹਦੀ ਪੂਰਨ ਤੌਰ ਤੇ ਪਾਲਣਾ ਕਰੋ, ਤਾਂ ਕਿ ਇਸ ਬਿਮਾਰੀ ਤੋਂ ਪਿਛਲੇ ਸਾਲ ਦੀ ਤਰ੍ਹਾਂ ਜਲਦ ਤੋਂ ਜਲਦ ਨਿਪਟਿਆ ਜਾ ਸਕੇ, ਤਾਂ ਕਿ ਇਸ ਨੂੰ ਜੜੋਂ ਖਤਮ ਕੀਤਾ ਜਾ ਸਕੇ। ਇਸ ਲਈ ਸਾਨੂੰ ਜਿਹੜੇ ਲਾਕਡਾਊਨ ਆ ਜਾਂ ਕਿਸੇ ਤਰ੍ਹਾਂ ਦੀ ਹਦਾਇਤ ਆ ਪ੍ਰਸ਼ਾਸਨ ਵੱਲੋਂ ਉਹਨੂੰ ਪੂਰਨ ਤੌਰ ਤੇ ਨਿਭਾਉਣਾ ਚਾਹੀਦਾ ਹੈ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਸੁਖਬੀਰ ਸਿੰਘ ਬਾਦਲ ਪਹੁੰਚੇ ਮੁੱਲਾਪੁਰ ਦਾਖਾ, ਮੰਡੀਆਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕਿਹਾ ਸੂਬਾ ਸਰਕਾਰ ਕਰ ਰਹੀ ਕਿਸਾਨਾਂ ਨੂੰ ਖੱਜਲ, ਮੰਡੀਆਂ 'ਚ ਨਹੀਂ ਕੀਤੇ ਗਏ ਨੇ ਪੁਖਤਾ ਪ੍ਰਬੰਧ। ਦਰਸ਼ਨ ਸਿੰਘ ਸਿਵਾਲਕ ਨੇ ਕੀਤਾ ਅਨਾਜ ਮੰਡੀਆਂ ਦਾ ਦੌਰਾ, ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਤੇ ਘੇਰੀ ਸਰਕਾਰ, ਕਿਹਾ ਸੂਬਾ ਸਰਕਾਰ ਕਿਸਾਨਾਂ ਨੂੰ ਸਹੂਲਤਾਂ ਦੇਣ 'ਚ ਅਸਫਲ। ਖੰਨਾ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ, ਕਮਲਜੀਤ ਸਿੰਘ ਲੱਦੜ ਬਣੇ ਨਵੇਂ ਪ੍ਰਧਾਨ, ਜਤਿੰਦਰ ਪਾਠਕ ਉਪ ਪ੍ਰਧਾਨ ਦੇ ਵਜੋਂ ਨਿਯੁਕਤ। ਐਮਐਲਏ ਗੁਰਕੀਰਤ ਸਿੰਘ ਕੋਟਲੀ ਵਿਸ਼ੇਸ਼ ਤੌਰ ਤੇ ਰਹੇ ਮੌਜੂਦ। ਲੁਧਿਆਣਾ ਦੇ ਵਾਰਡ ਨੰਬਰ 30 ਚ ਲਗਾਇਆ ਗਿਆ ਕੋਰੋਨਾ ਵੈਕਸੀਨੇਸ਼ਨ ਕੈਂਪ, ਵੱਡੀ ਗਿਣਤੀ ਚ ਲੋਕਾਂ ਨੇ ਲਿਆ ਲਾਹਾ। ਫਿਲਹਾਲ ਲੁਧਿਆਣਾ ਖਬਰਨਾਮਾ ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।